ये देखो मेरी बेटी का हशर क्या किया उसने। ये देखो मेरी बेटी का कैसा हशर किया है। जनाब देखो, अपनी आंखों से देखो, उसके पेट में बच्चा था, उसने कत्ल कर दिया बच्चे को। ਤੇ ਸਾਡੀ ਬੇਟੀ ਦਾ ਉਹਨਾਂ ਨੇ ਗਲਾ ਕੱਟਿਆ ਸੀਗਾ ਕਸਾਈਆਂ ਨੇ ਯਾਰ ਇਥੋਂ ਨਸਾਂ ਕੱਟੀਆਂ ਸੀਗੀਆਂ। ਦੂਸਰੇ ਮਹੀਨੇ ਦੀ ਰਾਤ ਨੂੰ 10 ਤਰੀਕ ਨੂੰ ਇਹ ਬੱਚੀ ਕਤਲ ਹੋ ਗਈ। ਮਾਂ ਉਹਦੀ ਕਹਿੰਦੀ ਇੱਥੇ ਢਾਡੀ ਨਹੀਂ ਚੱਲਣੀ ਮੁੜੇ, ਇਹ ਸਾਡਾ ਇਲਾਕਾ ਨੇ, ਤੁਸੀਂ ਇਹ ਪੁਲਿਸ ਵਾਲਿਆਂ ਨੂੰ ਜਿਹੜੀ ਮਰਜ਼ੀ ਗੱਲ ਸੁਣਾਵੋ, ਢਾਡੀ ਕੋਈ ਨਹੀਂ ਗੱਲ ਸੁਣਨੀ। ਤੇ ਉਹਦੇ ਸਹੁਰੇ ਨੇ ਵੀ ਉਹਨੂੰ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬੈੱਡ ਤੇ ਆਇਆ ਤੇ ਉਹਨੂੰ ਖਿੱਚਣ ਦੀ ਵੀ ਕੋਸ਼ਿਸ਼ ਕੀਤੀ, करने की कोशिश। ਆਸਤੀ करने ਦੀ कोशिश की है। अस्सलामुअलैकुम, आप टीवी से मैं हूं फैसल खान सूरी। लाहौर में इंतहाई दिलखराश वाकया पेश आता है। जुनैरा नामी खातून जो कि 7 साल पहले पसंद की शादी करती है, 7 साल गुजरने के बाद घर का माहौल ख़राब होता है और उसका शौहर उसे तलाक दे देता है। तलाक देने के बाद अपने बाप से दरिंदगी का निशाना बनवाता है और फिर जुनैरा को अगवा करता है। अगवा करने के बाद जुनैरा के साथ क्या किया जाता है, आइए जानने की कोशिश करते हैं। ਜ਼ਾਲਮ ਨੇ ਮੇਰੀ ਧੀ ਕੱਟ ਦਿੱਤੀ। ਮੇਰੀ ਧੀ ਜ਼ਾਲਮ ਨੇ ਕੱਟ ਦਿੱਤੀ। ਮੈਂ ਅਰਜ਼ ਕਰ ਰਹੀ ਹਾਂ, ਮੈਨੂੰ ਇਨਸਾਫ ਚਾਹੀਦਾ ਹੈ। ਮੇਰੀ ਬੇਟੀ ਦਾ ਉਹਨਾਂ ਨੇ ਬੁਰਾ ਅਸਰ ਕੀਤਾ ਹੈ। ਮੇਰੀ ਬੇਟੀ ਦਾ ਉਹਨਾਂ ਨੇ ਬੁਰਾ ਅਸਰ ਕੀਤਾ ਹੈ। ਮੈਂ ਤਾਂ ਨਹੀਂ ਬਰਦਾਸ਼ਤ ਹੁੰਦੀ। ਉਹ ਜਨੈਰਾ ਹੁੰਦਾ ਨਹੀਂ ਸੀ, ਕਹਿਣਾ ਛੱਡਦੇ ਸੀ ਮੇਰਾ ਮੀਆਂ ਹੈ, ਉਹਨੇ ਆਪਣੀ ਪਸੰਦ ਦੀ ਸ਼ਾਦੀ ਕਰਵਾਈ ਸੀ। ਸਾਨੂੰ ਨਹੀਂ ਸੀ ਪਤਾ ਜ਼ਾਲਮ ਨਿਕਲਣਾ ਹੈ। ਮੇਰੀ ਧੀ ਮੇਰੇ ਘਰ ਕੱਲ ਦਿੰਦੇ। ਹਾਏ ਮੇਰੀ ਧੀ ਮੇਰੇ ਘਰ ਕੱਲ ਦਿੰਦੇ। ਉਹਦੇ ਨਿੱਕੇ ਨਿੱਕੇ ਬੱਚੇ ਰੁਲ ਗਏ, ਨਿੱਕੇ ਨਿੱਕੇ ਬੱਚੇ ਰੁਲ ਗਏ। ਮੇਰੀ ਧੀ ਦੇ ਰਿੰਗ ਰੋਡ ਤੇ ਸੱਟ ਦਿੱਤੀ। ਆਏ 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 ਜਿਵੇਂ ਨਾ ਕਤਲ ਕੀਤੀ, ਮੈਂ ਤੋਂ ਨਹੀਂ ਬਰਦਾਸ਼ਤ ਹੁੰਦੀ। ਯਾਰ ਜ਼ਾਲਮਾ, ਯਾਰ ਜ਼ਾਲਮਾ, ਮੇਰੀ ਧੀ ਮਾਰ ਕੇ ਸੱਟ ਦਿੱਤੀ। ਮੇਰੀ ਧੀ ਮੈਨੂੰ ਦੇ ਦਿੰਦਾ। ਉਹਦਾ ਕੋਈ गुनाह सी मैनू दे दिंदा। ये देखो मेरी बेटी का हशर क्या किया उसने। ये देखो मेरी बेटी का कैसा हशर किया है। जनाब देखो, अपनी आंखों से देखो। आए आए देखो मेरी बच्ची का क्या हशर किया उसने। जालिम ने देखो कैसा हशर किया मेरी बेटी का, देखो खुद देखो। ऐसा क्या क्या जुल्म किया था मेरी बेटी ने। उसके पेट में बच्चा था, उसने कत्ल कर दिया बच्चे को। 3-4 महीने तो चक्कर लगा रहे हैं, हमारी कोई सुनी नहीं किसी ने, हमारी कोई बात नहीं सुनी किसी ने। हम तो मर गए था। हम गरीब लोग, मजदूर लोग किराए पे बैठे हैं, हम किधर जाएं। छोटे छोटे बच्चे आए मर गए। हाय मेरी सुनहरा, हाय मेरी सुनहरा, हाय मेरी सुनहरा। आपकी मेहरबानी होगी, मुझे इंसाफ ले दे, अल्लाह के वास्ते मुझे इंसाफ ले दे। सर हुआ क्या था? आपकी बेटी सुनैरा को कौन लेकर गया था? किस तरह से तलाक हुई? क्या मामला बना? ਇਹ ਵਹੀਦ ਲੈ ਕੇ ਗਿਆ ਜੀ। ਵਹੀਦ ਇਥੋਂ ਗਵਾ ਕਰਕੇ ਲੈ ਕੇ ਗਿਆ। वहीद कौन है? ਵਹੀਦ ਉਹਨਾਂ ਦੇ ਪਿੰਡ ਦਾ ਵਾ, ਉੱਥੇ ਉਹਨਾਂ ਦਾ ਹਮਸਾਇਆ ਵਾ। बेटी को तलाक हो चुकी थी? ਤਲਾਕ ਹੋ ਚੁੱਕੀ ਸੀ। 7ਵੇਂ ਮਹੀਨੇ ਦੇ ਵਿੱਚ ਤਲਾਕ ਦਿੱਤੀ ਆ। 9ਵੇਂ ਮਹੀਨੇ ਦੇ ਵਿੱਚ मेरा हामला थी। ਹਾਮਲਾ ਸੀ। 9ਵੇਂ ਮਹੀਨੇ ਦੇ ਵਿੱਚ ਜੀ ਉਹਨੇ ਸਾਡੇ ਕੋਲ ਇੱਥੇ ਪੇਪਰ ਭੇਜੇ ਮੇਰੇ ਬੇਟੇ ਨੂੰ WhatsApp ਤੇ। ਮੁੜ ਕੇ ਉਸ ਤੋਂ ਬਾਅਦ ਮੈਂ ਕਿਹਾ ਬੇਟੀ ਤੂੰ ਨਹੀਂ ਜਾਣਾ, ਸਾਡੇ ਕੋਲ ਰਹੀ ਆ। ਇਹ 10ਵੇਂ ਮਹੀਨੇ ਦੇ ਵਿੱਚ ਇਹਦੇ ਵਾਲਾ ਸਾਹਿਬ ਨੇ ਫੋਨ ਕੀਤਾ ਸ਼ਿਆਦ ਦੇ ਨੇ। ਉਹਨੇ ਕਿਹਾ ਜੀ ਆਣ ਕੇ ਸਮਾਨ ਲੈ ਜਾਵੋ ਮੇਰੇ ਭਾਈ ਨੂੰ, ਇਹਨਾਂ ਦੇ ਮਾਮੂ ਨੂੰ। ਉਹ ਨਾਲ ਗਿਆ, ਮੇਰਾ ਛੋਟਾ ਬੇਟਾ ਗਿਆ, ਬੇਟੀ ਗਈ ਆ, ਮੈਂ ਗਿਆ। ਉੱਥੇ ਜਾ ਕੇ ਜੀ ਅਸੀਂ ਸਮਾਨ ਉਠਾਉਣ, ਸਾਨੂੰ ਉਹਨਾਂ ਨੇ ਅੰਦਰ ਨਹੀਂ ਵੜਨ ਦਿੱਤਾ। ਸਮਾਨ ਨਿਕਾਲ ਕੇ ਬਾਹਰ ਦੇ ਦਿਆ। ਉੱਥੇ ਉਹਨਾਂ ਨੇ ਸਮਾਨ ਸਾਨੂੰ ਪੂਰਾ ਕਰਾ ਕੇ ਸਟਾਂਪ ਫਰੋਸ਼ ਬੁਲਾਇਆ। ਸਾਰੇ ਹੀ ਉਹਨਾਂ ਨੇ ਬੁਲਾ ਬਲੂ ਕੇ ਉਹਨਾਂ ਨੇ ਉੱਥੇ ਕੋਈ 30 ਤੋਂ 40 ਬੰਦੇ ਇਕੱਠੇ ਕੀਤੇ, ਬੁੜੀਆਂ ਵੀ ਇਕੱਠੀਆਂ ਕੀਤੀਆਂ ਸਾਡੇ ਹੱਥੀਂ ਪੈਣ ਵਾਸਤੇ ਵੀ। ਉਸ ਵਕਤ ਜੀ ਉਹਨਾਂ ਨੇ ਸਾਨੂੰ ਆਣਾ ਕਿਹਾ ਜੀ ਜ਼ਨਾਰਾਂ ਦੀ ਅਸੀਂ ਸੁਲਾਹ ਕਰਾਉਣੀ ਆ। ਅਸੀਂ ਕਿਹਾ ਜੀ ਜ਼ਨਾਰਾਂ ਨੂੰ ਤਲਾਕ ਹੋ ਗਈ ਆ, ਜ਼ਨਾਰਾਂ ਦੀ ਸੁਲਾਹ ਕਿੱਦਾਂ ਕਰਾਉਣੀ ਹੈ, ਕਿਸ ਕਾਨੂੰਨ ਨਾਲ ਕਰਾਉਂਦੇ ਆ। ਇਹ ਬੱਚੀ ਬੱਚਾ ਹੋਣੇ ਵਾਲਾ। ਅਸੀਂ ਕਿਹਾ ਬੱਚੀ ਬੱਚਾ ਹੋਣੇ ਵਾਲਾ ਵਾ, ਤਲਾਕ ਹੋ ਗਈ ਆ, ਇਹ ਖੁੱਲ੍ਹਾ ਰਹਿ ਸਕਦੀ, ਉਸ ਤੋਂ ਲਹਿਦਾ ਰਹਿ ਸਕਦੀ ਆ। ਜਦੋਂ ਬੱਚੀ ਬੱਚਾ ਹੋ ਜਾਵੇ ਉਦੋਂ ਮੁਜੱਸਰ ਹੋ ਜਾਏਗੀ ਤਲਾਕ। ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਹੈਗੀ। ਉਹਨਾਂ ਨੇ ਬੱਚੀ ਨੂੰ ਧੱਕਾ ਮਾਰਿਆ, ਉਹਨਾਂ ਨੇ ਅੰਦਰ ਕਰ ਲਿਆ ਅਤੇ ਸਾਨੂੰ ਧੱਕੇ ਮਾਰੇ ਅਤੇ ਉਹਨਾਂ ਨੇ ਬਾਹਰ ਨਿਕਾਲ ਦਿਆ ਜੀ। ਅਸੀਂ ਉਸ ਤੋਂ ਬਾਅਦ 1 ਤੇ ਕਾਲ ਕੀਤੀ ਜੀ। ਇੱਕ ਕਾਲ ਕੀ ਆ, ਨਹੀਂ ਆਏ ਜੀ। ਦੂਸਰੀ ਕਾਲ ਕੀ ਆ, ਫਿਰ ਨਹੀਂ ਆਏ। ਤੀਸਰੀ ਕਾਲ ਕੀ, ਫਿਰ ਨਹੀਂ ਆਏ। ਚੌਥੀ ਕਾਲ ਕੀ ਆ ਤਾਂ ਫਿਰ ਹੁਣ ਗਿੱਲ ਸਾਹਿਬ ਆਏ ਨੇ। ਅਸੀਂ ਹੁਣ ਚਿਰ ਨੂੰ ਬਾਹਰ ਬੰਦੇ ਸਾਡੇ ਹੱਥੀ, ਇਹਨਾਂ ਦੇ ਮਾਮੂ ਦੇ ਹੱਥੀ ਵੀ ਪੈ ਚੁੱਕੇ, ਬੇਟੇ ਦੇ ਵੀ ਅਤੇ ਮੇਰੇ ਵੀ ਹੱਥੀ ਪਏ। ਉਸ ਤੋਂ ਬਾਅਦ ਅਸੀਂ ਆ ਗਏ ਬਾਹਰ ਪੁਲ ਦੇ ਉੱਤੇ। ਉੱਥੇ ਆਏ ਆ ਉਹ, ਜਦੋਂ ਗਿੱਲ ਸਾਹਿਬ ਆਏ ਨੇ ਉਹਨਾਂ ਨੂੰ ਅਸੀਂ ਦੱਸਿਆ। ਉਹਨੇ ਕਿਹਾ ਤੂੰ ਐਡਾ ਚੌਧਰੀ ਖਲੋ ਜਾ, ਤੂੰ ਚੱਲ ਸਾਡੇ ਨਾਲ। ਅਸੀਂ ਗਏ ਹਾਂ ਜੀ। ਉਹ ਐਡੇ ਐਡੇ ਬੱਚਿਆਂ ਨੂੰ ਵੀ ਜੱਫੀਆਂ ਪਾ ਕੇ ਮਿਲਦਾ ਰਿਹਾ ASI ਸਾਹਿਬ।
ਗਿੱਲ ਸਾਹਿਬ ਉਹਨਾਂ ਨੇ ਸਾਨੂੰ ਜਾ ਕੇ ਮੰਜੀ ਤੇ ਬਹਿ ਗਏ। ਮਾਂ ਉਹਦੀ ਕਹਿੰਦੀ ਇੱਥੇ ਢਾਡੀ ਨਹੀਂ ਚੱਲਣੀ, ਮੁੜੇ ਇਹ ਸਾਡਾ ਇਲਾਕਾ ਨੇ। ਹਾਂਜੀ, ਉਹਦਾ ਪਿਓ ਵੀ ਕਹਿੰਦਾ ਤੁਸੀਂ ਇਹ ਪੁਲਿਸ ਵਾਲਿਆਂ ਨੂੰ ਜਿਹੜੀ ਮਰਜ਼ੀ ਗੱਲ ਸੁਣਾਵੋ, ਢਾਡੀ ਕੋਈ ਨਹੀਂ ਗੱਲ ਸੁਣਨੀ। ਉਹੀ ਗੱਲ ਹੋਈ ਜੀ, ਅਸੀਂ ਉਹ ਬੈਠੇ ਆ ਤਾਂ ਉਹਨੇ ਕਿਹਾ ਨਾ ਇਹਦੀ ਮਾਂ ਨੂੰ ਨਾ ਇਹਦੇ ਪਿਓ ਨੂੰ ਨਾ ਮੈਂ ਫੋਨ ਕਰਨ ਦੇਣਾ ਤੇ ਨਾ ਮਿਲਣ ਦੇਣਾ। ਮੈਂ ਕਿਹਾ ਜੇ ਇਹਨੇ ਕੀਤਾ ਤਾਂ ਮੈਂ ਇਹਨੂੰ ਫੈਰ ਮਾਰ ਦੇਣਾ। ਮੈਂ ਗਿੱਲ ਸਾਹਿਬ ਨੂੰ ਕਿਹਾ, ਮੈਂ ਕਿਹਾ ਸਰ ਤੁਹਾਡੇ ਕੋਲ ਮੈਂ ਕਿਹਾ ਬੈਠੇ ਆ ਤੇ ਉਹ ਧਮਕੀਆਂ ਲਾਉਣ ਡਿਆ, ਤੇ ਮੈਂ ਕਿਹਾ ਅਸੀਂ ਤਾਂ ਉੱਥੇ ਜਾਈਏ ਤਾਂ ਸਾਡੀ ਬੱਚੀ ਨੂੰ ਭਾਵੇਂ ਮਾਰ ਦੇਵੇ। ਉਹਨੇ ਕਿਹਾ ਚੁੱਪ ਕਰਕੇ ਬੈਠ, ਚੱਲ ਨਿਕਲ। ਗਿੱਲ ਸਾਹਿਬ ਕਹਿ ਰਹੇ ਗਿੱਲ ਸਾਹਿਬ ਕਹਿ ਰਹੇ ਐਸਆਈ ਸਾਹਿਬ ਚਿਸ਼ਤੀਆਂ ਦੇ। ਉਹਨੇ ਕਿਹਾ ਤੂੰ ਚੁੱਪ ਕਰਕੇ ਨਿਕਲ ਜਾ। ਉਹਨੇ ਕਿਹਾ ਉਹ ਨਾ ਹੋਵੇ ਤੇਰੇ ਤੇ ਮੈਂ ਕੋਈ ਕਾਨੂੰਨ ਲਾ ਕੇ ਤੇ ਤੈਨੂੰ ਮੈਂ ਅੰਦਰ ਧੱਕ ਦੇਵਾਂ। ਉਸ ਤੋਂ ਬਾਅਦ ਹੁਣ ਇਹਨਾਂ ਦੇ ਮਾਮੂ ਨੇ ਕਿਹਾ ਜੀ ਆ ਜਾਓ ਚੱਲੀਏ। ਅਸੀਂ ਉੱਥੋਂ ਆਣਾ ਜੀ, ਟੁਰ ਪਏ ਆ। ਅਸੀਂ ਆਣ ਕੇ ਗੱਡੀ ਤੇ ਬੈਠੇ ਆ ਤੇ ਅਸੀਂ ਆ ਗਏ। ਮੈਂ ਇਹਨੂੰ ਕਿਹਾ, ਮੈਂ ਕਿਹਾ ਭਾਜੀ ਕੋਈ ਸਟਾਮ ਕਰਵਾ ਲਈਏ, ਮੈਂ ਕਿਹਾ ਵੀ ਬੱਚੀ ਨੂੰ ਮਾਰਦੇ ਆ ਰਾਤ ਨੂੰ। ਤੇ ਫਿਰ ਉਹ ਕਹਿੰਦਾ ਆ ਜਾ ਤੂੰ ਚੱਲੀਏ। ਹੁਣ ਕਹਿੰਦਾ ਆਪਾਂ ਇੱਥੇ ਸਟਾਮ ਦਾ ਇਹਨਾਂ ਨੂੰ ਕਹੀਏ ਤਾਂ ਉਹ ਨਾ ਹੋਵੇ ਆਪਣੇ ਨੇ ਕੋਈ ਕਾਨੂੰਨ ਲਾ ਕੇ ਆਪਾਂ ਇੰਨੀ ਦੂਰ ਆਏ ਆ ਮਗਰ ਕਿਸੇ ਨੂੰ ਪਤਾ ਨਹੀਂਗਾ, ਤੇ ਕਹਿੰਦਾ ਆਪਾਂ ਨੂੰ ਅੰਦਰ ਕਰ ਦੇਣ ਤੇ ਆਪਾਂ ਕੀ ਕਰ ਸਕਦੇ ਇੱਥੇ। ਅਸੀਂ ਉੱਥੋਂ ਆ ਗਏ ਆ ਜੀ। ਬੱਚੀ ਜ਼ੁਨੈਰਾ को साथ लिया है? ਨਹੀਂ ਜੀ, ਜ਼ੁਨੈਰਾ ਉਹਨਾਂ ਨੇ ਰੱਖ ਲਈ ਆ। ਅਸੀਂ ਖੁਦ 3 ਜਾਣੇ ਵਾਪਸੀ ਆ ਗਏ। तलाक के बावजूद रखी है? ਹਾਂਜੀ, ਤਲਾਕ ਕੇ ਬਾਵਜੂਦ। ਅੱਛਾ ਜੀ, ਅਸੀਂ ਉੱਥੋਂ ਆ ਗਏ। ਗਿੱਲ ਸਾਹਿਬ ਨੂੰ ਵੀ ਦੱਸਿਆ ਵੀ ਤਲਾਕ ਹੋਈ ਆ ਤੇ ਕਿਸੇ ਕਾਨੂੰਨ ਨਾਲ ਇਹ ਨਹੀਂ ਰੱਖ ਸਕਦਾ। ਹੁਣ ਉਹਨੇ ਕਿਹਾ ਤੂੰ ਮੇਰੇ ਨਾਲੋਂ ਜ਼ਿਆਦਾ ਪੜ੍ਹਿਆ ਵਾ। ਹਾਂਜੀ, ਮੇਰੇ ਨਾਲੋਂ ਜ਼ਿਆਦਾ ਕਾਨੂੰਨ ਜਾਣਦਾ। ਅਸੀਂ ਆ ਗਏ ਜੀ। ਫਿਰ ਉੱਥੋਂ ਆਣ ਕੇ ਤੇ ਅਸੀਂ ਗੱਡੀ ਤੇ ਬੈਠੇ ਆ ਤੇ ਘਰ ਆ ਗਏ। ਰਾਤ ਰਹੇ ਆ। ਰਾਤ ਨੂੰ ਸ਼ਿਆਦ ਜਿਹੜਾ ਵਾ ਉਹ ਉਹਨਾਂ ਦੇ ਮਾਂ ਪਿਓ ਨੇ ਚੜਾਤਾ 9 ਵਜੇ ਰਾਤ ਨੂੰ। ਬੈਰੀਆ ਟਾਊਨ ਆ ਗਿਆ ਡਰਾਈਵਰੀ ਵਾਸਤੇ। ਕੁੜੀ ਨੂੰ ਰਾਤ ਨੂੰ ਜ਼ੁਨੈਰਾ का मियां ड्राइविंग करता था? ਹਾਂਜੀ, ਬੈਰੀਆ ਟਾਊਨ ਕਰਦਾ ਸੀਗਾ। ਅੱਛਾ ਜੀ, ਉਹਨੂੰ ਜ਼ੁਨੈਰਾ ਨੂੰ ਉਹਨਾਂ ਨੇ ਰਾਤ ਨੂੰ 12 ਵਜੇ ਧੱਕੇ ਮਾਰ ਕੇ ਤੇ ਕੁੱਟ ਮਾਰ ਕੇ ਤੇ ਕੱਢਤਾ। ਤੇ ਉਹਦੇ ਸਹੁਰੇ ਨੇ ਵੀ ਉਹਨੂੰ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬੈੱਡ ਤੇ ਆਇਆ ਤੇ ਉਹਨੂੰ ਖਿੱਚਣ ਦੀ ਵੀ ਕੋਸ਼ਿਸ਼ ਕੀਤੀ, ज्यादती करने की कोशिश? ਜ਼ਿਆਦਤੀ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਨੂੰ ਕਹਿੰਦਾ ਸੀ ਮੇਰੇ ਬੇਟੇ ਨੇ ਤਲਾਕ ਦੇ ਦਿੱਤੀ ਆ। ਉਹ ਸ਼ਿਆਦ ਵੀ ਕਹਿੰਦਾ ਸੀ ਮੈਂ ਤਲਾਕ ਦੇ ਦਿੱਤੀ, ਮੈਂ ਨਹੀਂ ਰੱਖ ਸਕਦਾ, ਮੇਰਾ ਪਿਓ ਰੱਖੇਗਾ ਤੈਨੂੰ। ਬੇਟੀ ਨੇ ਆਪਣੀ ਉੱਥੋਂ ਇੱਜ਼ਤ ਬਚਾਈ ਆ, ਬਚਾ ਕੇ ਉੱਥੋਂ ਨਿਕਲੀ ਆ ਤੇ ਉਹਨਾਂ ਨੇ ਸਵੇਰ ਨੂੰ ਲਗਾਏ ਆ ਥਾਣੇ। ਤੇ ਉੱਥੋਂ ਥਾਣੇ ਜਾ ਕੇ ਇੱਕ ਨਾਲ ਆ ਪੀਰ, ਉਹਨਾਂ ਦੇ ਨਾਲ ਦਾ ਜਾਲੀ ਪੀਰ ਆ, ਨਾਲ ਦਾ ਘਰ ਵਾ ਉਹਦਾ ਸ਼ਾਹ ਸਾਹਿਬ, ਉਹ ਨਾਲ ਲਗਾਏ ਨੇ। ਜਾ ਕੇ ਥਾਣੇ ਉਹਨਾਂ ਨੇ ਉਹਦੇ ਬਿਆਨ ਦਵਾਏ ਆ। ਬਿਆਨ ਦਵਾ ਕੇ ਤੇ ਉਹਨਾਂ ਨੇ ਕਿਹਾ ਅਸੀਂ ਗੱਡੀ ਤੇ ਲੱਗੇ ਭਾਉਣਾ ਕਿ ਉਹ ਕੁੜੀ ਨੂੰ ਲੈ ਲਿਓ। ਉਹਨੇ ਇਹਦੀ ਮਾਂ ਨਾਲ ਗੱਲ ਕਰਾਤੀ, ਸੀਮਾ ਬੀਬੀ ਨਾਲ ਇਹਨਾਂ ਗੱਲ ਕਰਾਤੀ। ਇਹਨੇ ਜਦੋਂ ਉੱਥੋਂ ਬੈਠੀ ਆ ਤੇ ਉਹਨੇ ਕਿਹਾ ਅੰਮੀ ਮੈਨੂੰ ਗੱਡੀ 'ਚ ਬਾਤਾ ਤੇ ਮੈਂ ਆਉਣ ਲੱਗੀ ਹਾਂ। ਉੱਥੋਂ ਉਹਨਾਂ ਨੇ ਬਾਇਆ ਜੀ, ਉਹਨਾਂ ਨੇ 9 ਵਜੇ। ਤੇ ਮੈਂ ਯੂਨੀਵਰਸਿਟੀ ਗਿਆ ਸੀ ਬੱਚੀ ਨੂੰ ਲੈ ਕੇ। ਮੈਂ ਕਿਹਾ ਵੀ ਬੱਚੀ ਨੂੰ ਲੈ ਕੇ ਗਿਆ ਤੇ ਮੈਂ ਉੱਥੋਂ ਰਾਬਤਾ ਕੀਤਾ ਇਹਨਾਂ ਨਾਲ 1-2 ਵਜੇ। ਮੈਂ ਕਿਹਾ ਕੋਈ ਪਤਾ ਲੱਗਾ, ਫੋਨ ਆਇਆ। ਮੈਂ ਕਿਹਾ ਵੀ ਕਿੱਥੇ ਕਿ ਬੱਚੀ ਪਹੁੰਚ ਗਈ? ਕਹਿੰਦੇ ਕੋਈ ਨਹੀਂ ਆਇਆ। ਮੈਂ ਕਿਹਾ ਵੀ ਉਹ ਹੁਣ ਪਹੁੰਚ ਜਾਣੀ ਚਾਹੀਦੀ ਸੀ। ਕਹਿੰਦੇ ਚਲੋ ਹੁਣ ਆ ਜਾਂਦੀ ਆ, ਦੇਖ ਲੈਂਦੇ ਆ। ਮੈਂ ਫਿਰ 4 ਵਜੇ ਇਹਨਾਂ ਨੂੰ ਫੋਨ ਕੀਤਾ। ਮੈਂ ਕਿਹਾ ਆ ਗਈ? ਮੈਂ ਕਿਹਾ ਸ਼ਾਇਦ ਆ ਗਈ ਹੋਵੇ। ਮੈਂ ਕਿਹਾ ਨਹੀਂ, ਉਹਨਾਂ ਨੇ ਕੀਤੀ ਕਾਲ। ਮੈਂ ਪੁੱਛਦਾ, ਮੈਂ ਕਿਹਾ ਆ ਗਈ ਬੱਚੀ? ਕਹਿੰਦੇ ਨਹੀਂ ਜੀ ਇਹ ਉਹ ਨਹੀਂ ਆਈ। ਮੈਂ ਆਪਣੇ ਬੇਟੇ ਨੂੰ ਕਿਹਾ, ਮੈਂ ਕਿਹਾ ਉਹ ਜਿੰਨੇ ਉਹਨਾਂ ਨੂੰ ਪੁੱਛੋ, ਸਾਨੂੰ ਕਨੈਕਟਰ ਦਾ ਨੰਬਰ ਦਿਓ, ਗੱਡੀ ਦਾ ਨੰਬਰ ਦਿਓ, ਅਸੀਂ ਉਹਨਾਂ ਬੱਚੀ ਨੂੰ ਅੱਗੇ ਰਿਸੀਵ ਕਰੀਏ। ਉਧਰੋਂ ਤੁਸੀਂ ਬਿਆਨ ਦੇ ਕੇ ਚੜਵਾਤੀ ਆ। ਉਹਨਾਂ ਨੇ ਕਿਹਾ ਜੀ ਉਹ ਸ਼ਾਹ ਸਾਹਿਬ ਨਾਲ ਇਹਨੇ ਗੱਲ ਕੀਤੀ। ਸ਼ਾਹ ਸਾਹਿਬ ਕਹਿੰਦੇ ਮੈਂ ਜੀ ਬੱਚੀ ਪਹੁੰਚਦੀ ਹੈ ਮੈਂ ਤੁਹਾਨੂੰ ਦੱਸ ਦਿੰਦਾ। ਕਦੀ ਕਦੇ ਵੀ ਮਾਂਗੇ ਪਹੁੰਚ ਗਈ ਆ, ਕਦੀ ਕਦੇ ਜੀ ਲਾਹੌਰ ਪਹੁੰਚ ਗਈ ਆ। ਉਹ ਤਾਂ ਸ਼ਹਿਰ ਦੇ ਵਿੱਚ ਵੜ ਗਈ ਹੈ ਤੇ ਉਹ ਇਧਰ ਇਹਨਾਂ ਨੇ ਗੱਡੀ ਦੇ ਵਿੱਚ ਉਹਦਾ ਸਹੁਰਾ ਵੀ ਸੀਗਾ ਕੁੜੀ ਦਾ। ਸ਼ਹਿਜ਼ਾਦ ਮਾਂਗੇ ਗਿਆ। ਮਾਂਗੇ ਜਾ ਕੇ ਇਹਨਾਂ ਨੇ ਕੁੜੀ ਨੂੰ ਉਤਾਰਿਆ। ਮਾਂਗੇ ਉਹ ਉਤਾਰ ਕੇ ਤੇ ਉੱਥੋਂ ਅੱਲਾ ਜਾਣੇ ਜੀ ਇਹ ਗਨ ਪੁਆਇੰਟ ਤੇ ਲੈ ਕੇ ਗਏ ਆ। ਕਿਸ ਤਰ੍ਹਾਂ ਲੈ ਕੇ ਗਏ ਨੇ? ਬੱਚੀ ਨੂੰ ਲੈ ਗਏ ਨੇ ਬੈਰੀਆ ਟਾਊਨ, ਕੋਠੀ ਖਾਲੀ ਹੈ ਉਹਦੇ ਵਿੱਚ ਲੈ ਗਏ ਨੇ। ਉੱਥੇ ਜਾ ਕੇ ਸ਼ਹਿਜ਼ਾਦ ਨੇ ਉਹਨੂੰ ਮੋਜ਼ਰ ਦਿਖਾਏ ਨੇ। ਉਹਨੇ ਕਿਹਾ ਮੈਂ ਤੈਨੂੰ ਵੀ ਮਾਰਨਾ ਤੇ ਤੇਰੇ ਖਾਨਦਾਨ ਨੂੰ ਵੀ ਮਾਰਨਾ। ਤੇ ਬੱਚੀ ਨੂੰ ਰਾਤ ਫੇਰ ਖਿੱਚਦੇ ਧਰੁੰਦੇ ਰਹੇ ਪਿਓ ਪੁੱਤਰੀ, ਜ਼ਿਆਦਤੀ ਕਰਦੇ ਰਹੇ। ਵਿਹਲੀ ਕੋਠੀ ਸੀਗੀ, ਉੱਥੇ ਜਾ ਕੇ ਜ਼ਿਆਦਤੀ ਕਰਦੇ ਰਹੇ। ਉਸ ਤੋਂ ਬਾਅਦ ਜੀ ਫਿਰ ਇਹਨਾਂ ਨੇ ਬੱਚੀ ਨੂੰ ਸਵੇਰ ਨੂੰ ਇਹ ਸ਼ਹਿਜ਼ਾਦ ਚਲ ਗਿਆ ਕੰਮ ਤੇ ਉਹ ਜਿਹੜਾ ਸਹੁਰਾ ਵਾ ਉਹ ਕਿਤੇ ਵਾਸ਼ਰੂਮ ਨੂੰ ਗਿਆ ਤੇ ਕੁੜੀ ਨੇ ਉੱਤੋਂ ਛਾਲ ਮਾਰੀ ਕੰਧਿਓਂ ਤੇ ਕੋਠੀ ਵਿਹਲੀ ਸੀਗੀ ਤੇ ਕੰਧ ਉੱਤੋਂ ਟੱਪ ਕੇ ਉਹ ਆ ਗਈ ਜੀ ਘਰ ਸਵੇਰ 8-9 ਵਜੇ ਆਈ ਆ। ਤੇ ਉਹ ਨਸ਼ੇ ਦੀ ਹਾਲਤ 'ਚ ਜਿੱਦਾਂ ਹੁੰਦੀ ਆ, ਡਿੱਗਦੀ ਢਹਿੰਦੀ, ਅੱਖਾਂ ਸੁੱਜੀਆਂ ਆਈ ਆ। ਤੇ ਦਰਵਾਜ਼ਾ ਵੜੀ ਤੇ ਮੈਂ ਦੇਖਿਆ ਅੱਗਿਓਂ ਤੇ ਮੈਂ ਕਿਹਾ ਬੇਟਾ ਕੀ ਗੱਲ ਆ? ਮੈਂ ਪਿਆਰ ਦਿੱਤਾ। ਮੈਂ ਕਿਹਾ ਬਹਿ ਜਾ। ਕਹਿੰਦੀ ਅੱਬੂ ਇਹ ਹੈ ਮੇਰੇ ਨਾਲ ਆ ਉਹਨਾਂ ਨੇ ਜ਼ਿਆਦਤੀ ਕੀਤੀ ਆ। ਅਗਲੇ ਦਿਨ ਉਹ ਕਹਿੰਦੀ ਅੱਬੂ ਮੈਂ ਦਰਖਾਸਤ ਦੇਣੀ ਉਹਨਾਂ ਦੇ ਖਿਲਾਫ, ਆਪਣੇ ਸ਼ਹਿਜ਼ਾਦੇ ਤੇ ਆਪਣੇ ਸਹੁਰੇ ਦੇ ਖਿਲਾਫ। ਮੈਂ ਕਿਹਾ ਚਲੋ ਬੇਟਾ, ਮੈਂ ਕਿਹਾ ਜਿਵੇਂ ਕਹਿੰਦੀ ਆ। ਅਸੀਂ ਗਏ ਹਾਂ ਜੀ ਸੁੰਦਰ, ਜਾ ਕੇ ਅਸੀਂ ਦਰਖਾਸਤ ਦਿੱਤੀ ਆ। ਉਹਨੇ ਬਿਆਨ ਲਿਖਾਏ ਆ, ਜੋ ਵੀ ਬਿਆਨ ਲਿਖਾਏ ਉਹਨੇ ਹੱਕੀ ਸੱਚੀ ਉਹਨੇ ਲਿਖਾਏ ਨੇ। ਉਹਨੂੰ ਹੀ ਪਤਾ ਜੋ ਵੀ ਉਹਦੇ ਨਾਲ ਬੀਤੀ, ਉਹਨੇ ਹੀ ਬਿਆਨ ਲਿਖਾਏ, ਉਹੀ ਮਦਈ ਸੀ। क्या कार्रवाई हुई? ਕਿਆ ਕਾਰਵਾਈ ਹੋਈ ਉਸ ਨੂੰ ਹੀ ਪਤਾ ਸੀਗਾ ਜੀ ਬੱਚੀ ਨੇ। ਉਸ ਤੋਂ ਬਾਅਦ ਜੀ ਬਿਆਨ ਦਵਾ ਕੇ ਤੇ ਘਰ ਆ ਗਏ ਆ। ਜਿਹੜਾ ਵਈ ਦਾ ਇਹ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਫੋਨ ਕੀਤਾ
ਵੀ ਲੈ ਵੀ ਇਹ ਤੁਹਾਡੇ ਤੇ ਦਰਖਾਸਤ ਹੋ ਗਈ ਆ ਤੇ ਥਾਣੇ ਆਵੋ। ਉਹ ਕਹਿੰਦਾ ਜੀ ਅਸੀਂ ਥਾਣੇ ਕੀ ਕਰਨ ਆਉਣਾ, ਕਿਹਨੇ ਦਰਖਾਸਤ ਦਿੱਤੀ ਆ ਸਾਨੂੰ ਦੱਸੋ। ਉਹ ਕਹੇ ਤੁਸੀਂ ਥਾਣੇ ਆਵੋ ਤਾਂ ਫਿਰ ਤੁਹਾਨੂੰ ਦੱਸਦੇ ਆ। ਇਹ ਉਹ ਕਹਿੰਦਾ ਤੁਸੀਂ ਸਾਨੂੰ ਦੱਸ ਤਾਂ ਦਿਓ ਵੀ ਕਿਹਨੇ ਕੀਤੀ ਆ। ਉਹਨੇ ਕਿਹਾ ਜ਼ਨੈਰਾ ਨੇ ਕੀਤੀ ਆ ਤੇ ਸਾਹਮਣੇ ਮੇਰੇ ਬੈਠੀ ਆ। ਉਹਨਾਂ ਨੇ ਫਿਰ ਇਹ ਜਿਹੜਾ ਵਹੀਦ ਆ ਇਹਨੂੰ ਭੇਜਿਆ, ਇਹ ਆਇਆ ਵਹੀਦ ਤੇ ਆਣ ਕੇ ਇੱਥੇ ਬੈਠੇ ਆ ਐਸੇ ਬੈੱਡ ਦੇ ਉੱਤੇ। ਮੈਂ ਬੈਠਾ, ਮੇਰਾ ਬੇਟਾ ਬੈਠਾ ਤੇ ਮੇਰੇ ਘਰ ਦੇ ਬੈਠੇ, ਹੋਰ ਕੋਈ ਨਹੀਂ ਸੀਗਾ। ਤੇ ਬੇਟੀ ਮੇਰੀ ਉਸ ਕਮਰੇ 'ਚ ਸੀ। ਉਹ ਆਇਆ ਤੇ ਕਹਿੰਦਾ ਜੀ ਇਹ ਬਾਜੀ ਨੂੰ ਬੁਲਾ ਦਿਓ। ਅਸੀਂ ਕਿਹਾ ਨਹੀਂ ਜੀ ਅਸੀਂ ਉਹਨੂੰ ਨਹੀਂ ਬੁਲਾਉਣਾ ਹੈਗਾ, ਜਿਹੜੀ ਗੱਲ ਸਾਡੇ ਨਾਲ ਕਰੋ, ਅਸੀਂ ਖੁਦ ਮੁਖਤਿਆਰ ਬੈਠੇ ਹਾਂ। ਉਹਨੇ ਕਿਹਾ ਨਹੀਂ ਮੈਂ ਹੁਣ ਚਾਚੂ ਉਹਨਾਂ ਮਾੜੀ ਜੀ ਗੱਲ ਕਰਨੀ। ਮੈਂ ਕਿਹਾ ਵਹੀਦ ਨਹੀਂ, ਮੈਂ ਕਿਹਾ ਅਸੀਂ ਕੋਈ ਗੱਲ ਨਹੀਂ ਕਰਾਉਣੀ ਹੈਗੀ। ਉਹਨੇ ਜੀ ਫਿਰ ਵੀ ਨਹੀਂ ਮੰਨਿਆ ਹੈਗਾ। ਉਹਨੇ ਜਾ ਕੇ ਉਹਨੂੰ ਆਵਾਜ਼ ਮਾਰੀ, ਉਹ ਕੁੜੀ ਸੀਗੀ ਖਲੋਤੀ ਤੇ ਉਹ ਕੁੜੀ ਆ ਗਈ। ਆਣ ਕੇ ਤੇ ਉਹ ਕੁੜੀ ਇੱਥੇ ਬਹਿ ਗਈ। ਤੇ ਉਹਨੂੰ ਕਹਿੰਦਾ ਇਹ ਬਾਜੀ ਇਹ ਉਹ ਸ਼ਜਾਦ ਕਹਿੰਦਾ ਮੈਂ ਤੇਰੇ ਤੋਂ ਬਗੈਰ ਰਹਿ ਨਹੀਂ ਸਕਦਾ, ਮੈਂ ਬੱਚੇ ਵੀ ਲਿਆਵਾਂਗਾ, ਸਮਾਨ ਵੀ ਲੈ ਲਾਂਗਾ, ਮੈਂ ਆਪਣੇ ਮਾਂ ਪਿਓ ਤੋਂ ਚੋਰੀ ਰੱਖ ਲਾਂਗਾ ਤੇ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦਾ। ਤੇ ਮੈਂ ਉਹਨੇ 3 ਦਿਨ ਹੋ ਗਏ ਰੋਟੀ ਨਹੀਂ ਖਾਧੀ, ਉਹਦੇ ਹੱਥ ਕੰਬਦੇ ਆ। ਇਹ ਹੁਣ ਮੈਨੂੰ ਤੂੰ ਦੱਸ। ਮੈਂ ਕਿਹਾ ਵੀ ਉਹਨੇ ਕੋਈ ਗੱਲ ਨਹੀਂ ਕਰਨੀ। ਉਹਨੇ ਨਾਲ ਹੀ ਉਹਨੇ ਮੋਬਾਈਲ ਚਲਾਇਆ ਜੀ, ਓਪਨ ਆਵਾਜ਼ ਕਰ ਲਈ। ਉਹਨੇ ਕਿਹਾ ਸ਼ਜਾਦ ਤੂੰ ਮੈਨੂੰ ਦੱਸ, ਮੈਂ ਉਹਨਾਂ ਦੇ ਕੋਲ ਹੀ ਬੈਠਾ, ਕੀ ਕਰਨਾ। ਉਹਨੇ ਕਿਹਾ ਦੇਖ ਯਾਰ ਜਿਵੇਂ ਕਹਿੰਦੇ ਆ ਕਰ ਲਾ, ਤੇ ਜੇ ਨਹੀਂ ਕਰਦੇ ਹੈਗੇ ਤਾਂ ਭੱਜਦੇ ਨੂੰ ਵਾਣ ਇੱਕੋ ਜਿਹਾ। ਹਾਂਜੀ ਧਮਕੀ। ਅੱਛਾ ਜੀ। ਮੈਂ ਕਿਹਾ ਵਹੀਦ, ਮੈਂ ਕਿਹਾ ਉਹ ਦੇਖ, ਮੈਂ ਕਿਹਾ ਕੀ ਕਹਿਣ ਡਿਆ। ਵਹੀਦ ਨਾਲ ਹੀ ਉਹਨੇ ਫੋਨ ਬੰਦ ਕੀਤਾ। जुनैरा ने एप्लीकेशन दी थी थाने में, थाना सुंदर में, उस पर क्या कार्रवाई हुई? ਉਸ 'ਤੇ ਕੋਈ ਕਾਰਵਾਈ ਨਹੀਂ ਹੋਈ, ਕੋਈ ਉੱਤੇ ਬੁਲਾਵਾ ਨਹੀਂ ਹੋਇਆ, ਕੁਛ ਉੱਤੇ कोई गिरफ्तार नहीं हुआ? ਕੋਈ ਵੀ ਨਹੀਂ ਹੋਇਆ ਜੀ। ਅੱਛਾ ਜੀ। ਉਸ ਤੋਂ ਬਾਅਦ ਅਸੀਂ ਦੋਨੇ ਜਣੇ, ਬੇਟਾ ਮੇਰਾ ਕੰਮ ਤੇ ਚਲ ਗਿਆ, ਘਰ ਦੇ ਸੀਗੇ, ਇਹ ਇਧਰ ਨਾਲ ਫੌਤਗੀ ਹੋਈ ਸੀਗੀ, ਉਹਨਾਂ ਦਾ ਸਾਤਾ ਸੀਗਾ ਤੇ ਉਧਰ ਚਲ ਗਿਆ, ਮੈਂ ਮਸਜਿਦ 'ਚ ਚਲ ਗਿਆ ਖਤਮ ਤੇ। ਉਹ ਵਹੀਦ ਸਾਡੇ ਨਾਲ ਨਿਕਲਿਆ। ਵਹੀਦ ਅੱਲਾ ਜਾਣੇ ਵੀ ਉਹ ਬਾਹਰ ਹੀ ਖਲੋਤਾ ਸੀ ਸ਼ਿਆਦ। ਇਹ ਮੁੜ ਕੇ ਆਏ ਆ, ਆਉਂਦਿਆਂ ਨੂੰ ਸਾਡੇ ਕੁੜੀ ਗਾਇਬ ਆ। ਹਾਂਜੀ। ਜਦੋਂ क्या किया इन्होंने? ਇਹਨਾਂ ਨੂੰ ਗਵਾਹ ਕੀਤਾ ਜੀ। ਅਸੀਂ ਆਏ ਆ ਤਾਂ ਆਉਂਦਿਆਂ ਨੂੰ ਕੁੜੀ ਗਾਇਬ ਆ। ਤੇ ਅਸੀਂ ਆਲੇ ਦੁਆਲੇ ਉਧਰ ਪਤਾ ਕਰ, ਇੱਧਰ ਪਤਾ ਕਰ ਵੀ ਉਧਰ ਨਾ ਗਈ ਹੋਵੇ, ਮਾਮੂ ਦੇ ਘਰ ਨਾ ਗਈ ਹੋਵੇ, ਤੇ ਕਿਤੇ ਨਹੀਂ ਸਾਨੂੰ ਮਿਲੀ ਨਹੀਂ। ਉਸ ਤੋਂ ਬਾਅਦ ਜੀ ਮੈਂ ਗਿਆ, ਮੈਂ ਸੁੰਦਰ ਜਾ ਕੇ ਤੇ ਗਵਾਹ ਦਾ FIR ਕਟਾਤੀ। FIR ਕਟਾਈ ਆ ਤੇ ਆਬਦ ਹੁਸੈਨ ਆ ASI ਉਹਨਾਂ ਦੇ ਪਾਸ। ਉਹਨਾਂ ਨੇ FIR ਕਟਾ ਕੇ ਮੁੜ ਕੇ ਉਹਨੇ ਮੈਨੂੰ ਕਿਹਾ ਤੂੰ ਹੁਣ ਇੱਦਾਂ ਕਰ, ਮੈਂ ਪਤਾ ਕਰਦਾ ਤੇ ਤੂੰ ਦਿਹਾੜੀ ਡੰਗ ਪਤਾ ਕਰ, ਨਾਮ ਲੂਮ ਦਿੱਤੀ ਜੀ FIR। ਉਸ ਤੋਂ ਬਾਅਦ ਉਹਨੇ ਮੈਨੂੰ ਜਦੋਂ ਮੈਂ ਤੀਸਰੇ ਦਿਨ ਗਿਆ ਤਾਂ ਮੈਨੂੰ ਉਹਨੇ ਕਿਹਾ ਜੀ ਮੈਨੂੰ ਨਾਮ ਦੇ ਬੰਦਿਆਂ ਦੇ। ਮੈਂ ਜੀ ਨਾਮ ਦਿੱਤੇ, ਇੱਕ ਵਹੀਦ ਦਾ, ਇੱਕ ਸ਼ਜਾਦ ਦਾ। ਉਹਨੇ ਵਹੀਦ ਨੂੰ ਕਾਲ ਕੀਤੀ ਆ, ਵਹੀਦ ਆਇਆ ਜੀ। ਸ਼ਜਾਦ ਨੂੰ ਕਾਲ ਕੀਤੀ ਆ, ਸ਼ਜਾਦ ਨੇ ਕਿਹਾ ਵੀ ਇੱਥੇ ਚਿਸ਼ਤੀਆਂ ਦਾ ਕੇਸ ਆ, ਚਿਸ਼ਤੀਆਂ ਆਣ ਕੇ ਲੜਨ ਸਾਡੇ ਨਾਲ, ਜਿਹੜਾ ਵੀ ਲੜਨਾ, ਇੱਥੇ ਨਹੀਂ ਆ ਸਕਦੇ ਅਸੀਂ। ਉਹਨੇ ਉਹਨੂੰ ਜਵਾਬ ਦੇ ਦਿੱਤਾ। ਫਿਰ ਇਹਨੇ ਵਹੀਦ ਨੂੰ ਕਾਲ ਕੀਤੀ ਆ, ਵਹੀਦ ਆਇਆ ਜੀ। ਵਹੀਦ ਕਹਿੰਦਾ ਮੈਂ ਆਉਣਾ। ਪਹਿਲਾਂ ਤਾਂ ਕਹਿੰਦਾ ਆਉਂਦਾ ਨਹੀਂ ਸੀਗਾ, ਤੇ ਉਹਨੇ ਕਿਹਾ ਤੇਰੇ ਤੇ FIR ਹੋ ਗਈ ਆ ਤੇ ਛੇਤੀ ਆ ਜਾ। ਇਹ ਆਇਆ ਜੀ ਵਹੀਦ ਇਹਦਾ ਆਮਣੋ ਸਾਹਮਣੇ ਆਏ। ਮੈਂ ਕਿਹਾ ਸਰ ਮੇਰਾ ਇਹ ਮੁਜਰਮ ਆ ਮੁੱਢ ਦਾ। ਮੈਂ ਕਿਹਾ ਬੱਚੀ ਇਹ ਗਵਾਹ ਕਰਕੇ ਲਗਿਆ ਤੇ ਸ਼ਜਾਦ ਨਾਲ, ਤੇ ਮੈਂ ਕਿਹਾ ਮੇਰੀ ਬੱਚੀ ਨੂੰ ਤਲਾਕ ਹੋਈ ਆ ਤੇ ਲਿਆਦਾ, ਮੈਂ ਕਿਹਾ ਮੇਰੇ ਨਾਲ ਕੋਈ ਇਨਸਾਫ ਕੀਤਾ ਜਾਏ। ਇਹਨੂੰ ਮੈਂ ਕਿਹਾ ਭਾਓ, ਇਹਨੂੰ ਕਹੋ ਮੇਰੀ ਬੱਚੀ ਬਰਾਮਦ ਕਰਾ ਕੇ ਦੇਵੇ। ਉਹਨੇ ਨਹੀਂ ਜੀ ਦਿੱਤੀ ਹੈਗੀ। ਮੈਨੂੰ ਕਹਿੰਦਾ ਵੀ ਇਹ ਜਾਣਾ ਵਾ ਵਹੀਦ ਦਾ ਰੇਡ ਕਰਨ ਜਾਣਾ, ਚਲੋ ਜੀ ਸਾਡੇ ਨਾਲ। ਮੈਂ ਤੇ ਮੇਰਾ ਬੇਟਾ ਅਸੀਂ ਦੋਨੇ ਹੀ ਗਏ ਆ ਮੌਕੇ ਤੇ। ਮੈਂ ਪਹਿਲੋਂ ਗਿਆ ਵਾਂ, ਵਹੀਦ ਅੰਦਰ ਆ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਸਰ ਵਹੀਦ ਅੰਦਰ ਆ। ਉਹਨੇ ਕਿਹਾ ਬਸ ਤਲਾਹ ਦੇਣੀ ਸੀ, ਤਲਾਹ ਦੇ ਕੇ ਆ ਗਏ ਆ, ਹੋਰ ਕੀ ਕਰਨਾ ਸੀਗਾ। ਉਹਨੇ ਕਿਹਾ ਹੁਣ ਦੇਖੀ ਜਾਏਗੀ ਬਾਅਦ ਦੀ ਗੱਲ। ਦੂਸਰੇ ਦਿਨ ਫਿਰ ਮੈਂ ਗਿਆ, ਮੈਂ ਕਿਹਾ ਸਰ, ਮੈਂ ਕਿਹਾ ਕੋਈ, ਮੈਂ ਕਿਹਾ ਗੱਲਬਾਤ ਨਹੀਂ, ਮੇਰੀ ਬੱਚੀ ਗਵਾਹ ਹੋਈ ਆ। ਇਹਨੇ ਕਿਹਾ ਜੀ ਮੈਂ ਕਰਦਾ ਜੀ, ਬੁਲਾਉਣਾ ਜੀ ਵਹੀਦ ਨੂੰ। ਵਹੀਦ ਨੂੰ ਬੁਲਾਇਆ, ਵਹੀਦ 2 ਬੰਦੇ ਨਾਲ ਲੈ ਕੇ ਆ ਗਿਆ। ਆਣ ਕੇ ਬੈਠੇ ਆ, ਕੋਈ ਗੱਪ ਛੱਪ ਮਾਰੀ ਉਹਨਾਂ ਨੇ ਤੇ ਵਹੀਦ ਚਲਾ ਗਿਆ ਜੀ। ਮੈਂ ਕਿਹਾ ਸਰ ਵਹੀਦ ਨੂੰ ਭੇਜਤਾ, ਕੀ ਹੋਇਆ? ਉਹਨੇ ਕਿਹਾ ਯਾਰ ਉਹ ਹੁਣ ਮੇਰੇ ਕੋਲ ਟਾਈਮ ਲੈ ਗਿਆ 2-4 ਦਿਨਾਂ ਦਾ। ਕਹਿੰਦਾ ਮੈਂ 2-4 ਦਿਨਾਂ ਬਾਅਦ ਮੈਂ ਤੁਹਾਨੂੰ ਹੁਣ ਮੈਂ ਸ਼ਜਾਦ ਨੂੰ ਫੜਾ ਦਿੰਦਾ। ਮੁੜ ਕੇ ਫਿਰ 2-4 ਦਿਨ ਲੰਘ ਗਏ। ਮੈਂ ਗਿਆ, ਫਿਰ ਮੈਂ ਜਾ ਕੇ ਪੁੱਛਿਆ, ਮੈਂ ਕਿਹਾ ਸਰ ਕੀ? ਕਹਿੰਦਾ ਮੈਂ ਵਹੀਦ ਨੂੰ ਬੁਲਾਉਣਾ। ਫਿਰ ਵਹੀਦ ਨੂੰ ਬੁਲਾਇਆ, ਵਹੀਦ ਨੂੰ ਬੁਲਾ ਕੇ ਫਿਰ ਪੁੱਛਿਆ, ਦੱਸਿਆ। ਵਹੀਦ ਫਿਰ ਟਾਈਮ ਲੈ ਕੇ ਚਲ ਗਿਆ ਜੀ 5। ਅੱਛਾ ਜੀ। ਮੁੜ ਕੇ ਉਸ ਤੋਂ ਬਾਅਦ ਫਿਰ ਵਹੀਦ ਨੂੰ ਮੈਂ ਗਿਆ, ਮੈਂ ਕਿਹਾ ਸਰ ਮੇਰੀ ਬੱਚੀ ਆ, ਤਲਾਕ ਉਹਨਾਂ ਨੇ ਦਿੱਤੀ ਆ, ਉੱਧਰੋਂ ਵੀ ਬਿਆਨ ਹੋਏ ਨੇ, ਇੱਧਰੋਂ ਵੀ ਬਿਆਨ ਹੋਏ ਨੇ, ਤੇ ਮੈਂ ਕਿਹਾ ਮੈਂ FIR ਵੀ ਕਟਾਈ ਆ, ਮੈਂ ਨਾਮ ਵੀ ਦਿੱਤੇ ਬੰਦਿਆਂ ਦੇ, ਤੁਸੀਂ ਬੰਦੇ ਕਿਉਂ ਨਹੀਂ ਪਾਉਂਦੇ ਹੈਗੇ? ਉਹਨੇ ਵਹੀਦ ਨੂੰ ਬੁਲਾਇਆ, ਵਹੀਦ ਨੂੰ ਉਹਨੇ ਕਿਹਾ ਯਾਰ ਜਿਹੜੇ ਮਦਈ ਨੇ ਨਾ ਤੇਰੇ ਤੇ ਭੁਗਤਦੇ ਪਏ ਨੇ। ਇੱਦਾਂ ਆਮਣੋ ਸਾਹਮਣੇ ਬਹਿ ਗਏ, ASI ਸਾਹਿਬ ਆਬਦ ਸਾਹਿਬ ਬੈਠੇ ਨੇ, ਤੇ ਉਧਰੋਂ ਅਸੀਂ ਦੋਨੇ ਬਹਿਸ ਕੀਤੀ। ਮੈਂ ਕਿਹਾ ਮੇਰਾ ਵਹੀਦ ਮੁਜਰਮ ਆ। ਉਹ ਕਹੇ ਚਾਚਾ ਮੈਂ ਨਹੀਂ ਮੁਜਰਮ। ਮੈਂ ਕਿਹਾ ਨਹੀਂ ਨਹੀਂ ਵਹੀਦ ਤੂੰ ਮੇਰਾ ਮੁਜਰਮ ਆ, ਮੇਰੀ ਬੇਟੀ ਨੂੰ ਤੂੰ ਗਵਾਹ ਕਰਕੇ ਲਗਿਆ, ਨਹੀਂ ਤਾਂ ਕਿਸੇ ਦੀ ਜ਼ਰੂਰਤ ਨਹੀਂ, ਮੇਰੀ ਬੇਟੀ ਉਹਦਾ ਜਾਣਾ ਹੀ ਨਹੀਂ ਸੀਗਾ। ਇਹ ਕਹਿੰਦਾ ਜੀ ਅੱਛਾ ਜੀ ਮੈਂ ਹੁਣ ਤੁਹਾਨੂੰ ਮੈਨੂੰ ਟਾਈਮ ਦਿਓ ਇੱਕ 5 ਦਿਨਾਂ ਦਾ, ਤੇ ਮੈਂ 5 ਦਿਨਾਂ ਦੇ ਵਿੱਚ ਆਣਾ, ਮੈਂ ਕਿਤੇ ਵੀ ਪੈਦਾ ਕਰਕੇ ਦੇਵਾਂ, ਮੈਂ ਸ਼ਜਾਦ ਪੈਦਾ ਕਰਕੇ ਦੇ ਦੇਵਾਂਗਾ।
ਉਸ ਤੋਂ ਬਾਅਦ ਹੀ ਜੀ ਮੈਂ ਜਾਂਦਾ ਸੀਗਾ ਤੇ ਮੈਨੂੰ ਹੁਣ ਆਬਾ ਸਾਹਿਬ ਕਹਿੰਦੇ ਵੀ ਹੁਣ ਉਹਨੂੰ ਕੀ ਮੈਂ ਫਾਇਲ ਲਾ ਦਿੰਦਾ ਵਹੀਦ ਨੂੰ। ਅੱਛਾ ਵਹੀਦ ਨੂੰ ਕੀ ਫਾਇਲ ਲਾ ਦੇਵਾਂ ਮੈਂ, ਉਹਦੇ ਪਿਓ ਨੂੰ ਮੈਂ ਬੁੱਢੇ ਨੂੰ ਫੜ ਲਵਾਂ, ਉਹਨੂੰ ਮੈਂ ਕੋਈ ਚਪੇੜ ਮਾਰਾਂ ਤੇ ਉਹ ਮਰ ਜਾਵੇ ਤੇ ਉਹ ਸਾਡੇ ਤੇ ਪੈ ਜਾਵੇ। ਮੈਂ ਕਿਹਾ ਆਬਾ ਸਾਹਿਬ ਮੇਰੀ ਬੇਟੀ ਗਈ ਆ, ਤੁਸੀਂ ਗੱਲਾਂ ਕਿਹੋ ਜਿਹੀਆਂ ਕਰਦੇ ਆ ਤੇ ਤੁਸੀਂ ਇਹਨੂੰ ਵਹੀਦ ਨੂੰ ਪਾਓ, ਵਹੀਦ ਸ਼ਜਾਦ ਨੂੰ ਫੜਾਵੇਗਾ। ਇਹ ਕਰਦਿਆਂ ਜੀ ਸਾਡਾ ਆਣਾ ਇਹ ਦੂਸਰਾ ਮਹੀਨਾ ਵੀ ਲੰਘ ਗਿਆ। ਦੂਸਰੇ ਮਹੀਨੇ ਦੀ ਰਾਤ ਨੂੰ 10 ਤਰੀਕ ਨੂੰ ਇਹ ਬੱਚੀ ਕਤਲ ਹੋ ਗਈ। 11 ਤਰੀਕ ਨੂੰ ਡੀਐਸਪੀ ਸਾਹਿਬ ਨੇ ਖੁਦ ਇਹ ਡੈੱਡ ਬਾਡੀ ਇੱਥੋਂ 28 ਅੱਡੇ ਪਲਾਟ ਤੋਂ ਰਿੰਗ ਰੋਡ ਤੇ ਮੁੜ ਕੇ ਉਹਨਾਂ ਨੇ ਸਰਦਖਾਨੇ ਉੱਥੇ ਲੈ ਗਏ ਨੇ ਹਸਪਤਾਲ, ਉਹਨਾਂ ਨੇ ਸਰਦਖਾਨੇ ਦੇ ਵਿੱਚ 17 ਦਿਨ ਰੱਖੀ ਹੈ ਜੀ। ਬੱਚੀ ਦੇ ਕੋਲ ਕੋਈ ਸਬੂਤ ਨਹੀਂ ਸੀਗਾ ਤੇ ਉਹ ਜ਼ਾਹਰ ਨਹੀਂ ਹੋ ਸਕੀ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਉਹਦਾ ਪੋਸਟਮਾਰਟਮ ਕਰਵਾਇਆ ਜੀ, ਇਹ ਮੰਗਲ ਜਿਹੜਾ ਲੰਘ ਕੇ ਗਿਆ ਇਸ ਮੰਗਲ ਵਾਲੇ ਦਿਨ ਕਰਵਾਇਆ, ਉਹਦੇ 'ਚੋਂ ਸਿਮ ਨਿਕਲੀ ਆ। ਸਿਮ ਦੇ ਵਿੱਚੋਂ ਮੇਰੇ ਬੇਟੇ ਦਾ ਨੰਬਰ ਨਿਕਲਿਆ, ਬੇਟੀ ਦੇ ਕੋਲੋਂ ਸਿਮ ਨਿਕਲੀ ਆ ਤੇ ਉਹਦੇ ਵਿੱਚੋਂ ਨੰਬਰ ਨਿਕਲਿਆ ਤੇ ਉਹਨਾਂ ਨੇ ਰਾਏਵਿੰਡ ਵਾਲਿਆਂ ਨੇ ਇਹਨਾਂ ਨਾਲ ਰਾਬਤਾ ਕੀਤਾ। ਉਹਨਾਂ ਨੇ ਕਿਹਾ ਵੀ ਸਾਨੂੰ ਹੁਣ ਰਾਤ ਨੂੰ 1 ਵਜੇ ਉਹਨਾਂ ਨੇ ਕਿਹਾ ਸਾਨੂੰ ਆਣ ਕੇ ਮਿਲ। ਇਹਨੇ ਕਿਹਾ ਸਰ ਮੈਂ ਇਸ ਵੇਲੇ ਹੈਗਾ ਵਾਂ ਫੈਸਲਾਬਾਦ ਸਾਹਿਬਾਂ ਦੇ ਨਾਲ, ਇਸ ਵੇਲੇ ਨਹੀਂ ਆ ਸਕਦਾ ਤੇ ਮੈਂ ਹੁਣ ਸੁਬਾਹ ਕਿਸੇ ਵਕਤ ਵੀ ਕੱਲ੍ਹ ਨੂੰ ਜੇ ਆ ਗਿਆ ਤਾਂ ਕੱਲ੍ਹ ਨੂੰ ਆ ਜਾਵਾਂਗਾ, ਨਹੀਂ ਤਾਂ ਪਰਸੋਂ ਨੂੰ ਆ ਜਾਵਾਂਗਾ। ਸਰ ਖਰੀਆ ਤਾਂ ਇਹਨਾਂ ਨੇ ਕਿਹਾ ਰਕਸ਼ੇ ਵਾਲੇ ਦਾ ਕੋਈ ਜ਼ਿਕਰ ਵਿੱਚ ਕਰ ਰਹੇ ਸੀਗੇ। ਮੈਨੂੰ ਇਹਨੇ ਕਾਲ ਕੀਤੀ, ਮੈਂ ਕਿਹਾ ਬੇਟਾ ਕੋਈ ਹੋਏਗਾ ਰਕਸ਼ੇ ਵਾਲੇ ਦਾ, ਮੈਂ ਕਿਹਾ ਉਹਨਾਂ ਨੇ ਸ਼ਾਇਦ ਕੋਈ ਭੁਲੇਖਾ ਲੱਗ ਗਿਆ ਹੋਵੇ ਤਾਂ ਤੈਨੂੰ ਕਾਲ ਕਰ ਲਈ। ਮੈਂ ਕਿਹਾ ਚਲੋ, ਮੈਂ ਕਿਹਾ ਸੁਬਾਹ ਪਤਾ ਕਰਾਂਗੇ। ਕਹਿੰਦਾ ਮੈਂ ਸੁਬਾਹ ਆ ਜਾਣਾ, ਚੱਲਾਂਗੇ। ਇਹ ਬੁੱਧ ਵਾਲੇ ਦਿਨ ਇਹ ਵੀ ਸ਼ਾਮ ਨੂੰ ਹੀ ਆਇਆ ਤੇ ਮੈਂ ਵੀ ਸ਼ਾਮ ਨੂੰ ਹੀ ਆਇਆ। ਮੈਂ ਬੱਚੀ ਨੂੰ ਲੈ ਕੇ ਗਿਆ ਸੀ, ਮੈਂ ਵੀ ਸ਼ਾਮ ਨੂੰ ਹੀ ਆਇਆ। ਉਸ ਤੋਂ ਬਾਅਦ ਜੀ ਇਹਨਾਂ ਨੇ ਸ਼ਾਮ ਨੂੰ ਫਿਰ ਕਾਲ ਆਈ। ਉਹਨਾਂ ਨੇ ਕਿਹਾ ਯਾਰ ਤੁਹਾਨੂੰ ਕੋਈ ਨਹੀਂ ਐਸਾ ਰੌਲਾ ਕੋਈ ਨਹੀਂਗਾ, ਡੈੱਡ ਬੋਡੀ ਮਿਲੀ ਹੈ ਸਾਨੂੰ, ਤੁਹਾਨੂੰ ਉਹਦੀ ਸ਼ਨਾਖਤ ਕਰਾਉਣੀ ਆ, ਤੁਸੀਂ ਆਣ ਕੇ ਦੇਖੋ। ਰਾਤ ਨੂੰ ਇਹਨੂੰ ਕਾਲ ਕੀਤੀ ਬੁੱਧ ਵਾਲੇ ਦਿਨ। ਅਸੀਂ ਸੁਬਾਹ ਗਏ ਹਾਂ ਜੀ, ਉੱਥੇ ਜਾ ਕੇ ਮੈਂ ਜੂਨਸ ਸਾਹਿਬ ਨੂੰ ਕਾਲ ਕੀਤੀ। ਜੂਨਸ ਸਾਹਿਬ ਨੇ ਮੈਨੂੰ ਕਿਹਾ ਜੀ ਆ ਜਾਓ। ਮੈਂ ਗਿਆ, ਜੂਨਸ ਸਾਹਿਬ ਨੇ ਕਿਹਾ ਤੁਸੀਂ, ਮੈਂ ਕਿਹਾ ਮੈਂ ਇੰਤਜ਼ਾਰ ਦਾ ਆਬੂ ਹਾਂ। ਉਹਨੇ ਕਿਹਾ ਆਪਣੀ ਬੇਟੀ ਨੂੰ ਪਛਾਣ ਲਏਗਾ? ਮੈਂ ਕਿਹਾ ਜੀ ਬਿਲਕੁਲ ਅਲਹਮਦੁਲਿਲਾ, ਮੈਂ ਕਿਹਾ ਜੇ ਸਾਡੀ ਬੇਟੀ ਹੋਈ ਤਾਂ ਅਸੀਂ ਪਛਾਣਾਂਗੇ। ਉਹਨਾਂ ਨੇ ਜੀ ਸਾਨੂੰ ਤਸਵੀਰਾਂ ਜਦੋਂ ਦਿਖਾਈਆਂ ਵਾ ਤਾਂ ਉਸ ਵੇਲੇ ਜੀ ਸਾਡੇ ਹਨਾ ਬੇਟੀ ਦੀ ਤਸਵੀਰ ਦੇਖ ਕੇ ਸਾਡੇ ਕੋਲ ਨਹੀਂ ਰਿਹਾ ਗਿਆ। ਮੈਂ ਵੇਖੀ, ਮੇਰੇ ਘਰਦਿਆਂ ਨੇ ਵੇਖੀ ਆ ਤੇ ਸਾਡੀ ਬੇਟੀ ਦਾ ਉਹਨਾਂ ਨੇ ਗਲਾ ਕੱਟਿਆ ਸੀਗਾ ਕਸਾਈਆਂ ਨੇ, ਔਰ ਸ਼ਾਰ ਇੱਥੋਂ ਨਸਾਂ ਕੱਟੀਆਂ ਸੀਗੀਆਂ, ਬਹੁਤ ਹੀ ਬੁਰਾ ਹਾਲ ਸੀਗਾ। ਫਿਰ ਸਾਨੂੰ ਉਹਨਾਂ ਨੇ ਕੱਪੜੇ ਦਿਖਾਏ ਨੇ। ਸਰ ਸਾਡੇ ਕੋਲ ਨਹੀਂ ਬਰਦਾਸ਼ਤ ਹੋਇਆ ਸਦਮਾ। ਇਹ ਭਤੀਜਾ ਮੇਰਾ, ਇਹਨਾਂ ਨੂੰ ਪਤਾ ਲੱਗ, ਇਹ ਇੱਥੋਂ ਭੱਜਿਆ ਬਹਿਰੀਆਂ ਦੇ ਵਿੱਚ ਗਿਆ। ਉਹ ਭਤੀਜੇ ਦੀ ਦੁਕਾਨ ਆ ਉੱਥੇ ਸਬਜ਼ੀ ਦੀ, ਉਹ ਉੱਥੇ ਗਿਆ ਜੀ। ਉੱਥੇ ਜਾ ਕੇ ਉਹਨੇ ਦਿਖਾਈਆਂ ਤਸਵੀਰਾਂ ਤੇ ਉਹਨੇ ਸਬਜ਼ੀ ਦੀ ਦੁਕਾਨ ਛੱਡਤੀ, ਆਪਣਾ ਕਾਰੋਬਾਰ ਛੱਡਤਾ। ਇਹ ਜਿੱਥੇ ਇਹਦਾ ਪਿਓ ਕੰਮ ਕਰਦਾ ਜੀ, ਉਹ ਉੱਥੇ ਕੋਠੀ ਦੇ ਸਾਹਮਣੇ ਚਲੇ ਗਏ। ਉੱਧਰੋਂ ਉਹਨਾਂ ਦੀ ਕੋਈ ਸ਼ਾਦੀ ਸੀਗੀ, ਉਹ ਮੈਡਮਾਂ ਨੂੰ ਲੈ ਕੇ ਆਇਆ ਤੇ ਗੱਡੀ ਦੇ ਅੰਦਰ ਵਾੜਨ ਲੱਗਾ। ਗੱਡੀ ਜਦੋਂ ਅੰਦਰ ਵਾੜਨ ਲੱਗਾ ਤੇ ਉਹਨਾਂ ਨੂੰ ਅੰਦਰ ਵਾੜ ਕੇ ਕਹਿੰਦਾ ਇਹ ਮੈਨੂੰ ਬੰਦੇ ਹਨਾ ਕਤਲ ਕਰਨ ਵਾਸਤੇ ਆਏ ਨੇ। ਸ਼ਹਿਜ਼ਾਦ ਦਾ ਪਿਓ ਕਹਿੰਦਾ। ਉਹਨਾਂ ਨੇ ਕਿਹਾ, ਉਹ ਬਾਹਰ ਆਏ, ਉਹਨਾਂ ਨੇ ਕਿਹਾ ਯਾਰ ਤੂੰ ਸਾਡੇ ਡਰਾਈਵਰ ਨੂੰ ਤੁਸੀਂ ਕਿੱਦਾਂ ਕਤਲ ਕਰਨ ਵਾਸਤੇ, ਕਾਹਦੇ ਵਾਸਤੇ ਆਏ ਆ? ਇਹਨੇ ਕਿਹਾ ਜੀ ਸਾਡੀ ਇਹਨਾਂ ਨੇ ਮੁੰਡੇ ਨੇ ਕਿਹਾ ਮੇਰੀ ਹਮਸ਼ੀਰਾ ਕਤਲ ਕਰ ਦਿੱਤੀ ਇਹਨਾਂ ਨੇ। ਇਹ ਦੇਖੋ ਜੀ ਤਸਵੀਰਾਂ ਸਾਡੇ ਕੋਲ। ਇਹਨਾਂ ਨੇ ਫਿਰ 1 ਤੇ ਕਾਲ ਕੀਤੀ ਹੈ। 1 ਤੇ ਕਾਲ ਕਰਕੇ ਤੇ ਇਹਨਾਂ ਨੇ ਜੀ ਸਾਡੇ ਉਹਨਾਂ ਨੂੰ ਬੱਚਿਆਂ ਨੂੰ ਮੰਗਵਾਇਆ। ਉਹ ਇੱਕ ਜਿਹੜਾ ਥੱਲੇ ਆ ਮਾਲਕ, ਉਹਨੇ ਉਹਦਾ ਹਿਸਾਬ ਦੇ ਦਿੱਤਾ। ਜਿਹੜਾ ਉੱਤੇ ਕਿਰਾਏਦਾਰ ਸੀਗਾ ਕੋਠੀ ਵਾਲਾ, ਉਹਨੇ ਉਹਨੂੰ ਭਾਇਆ ਗੱਡੀ ਦੇ ਵਿੱਚ, ਕਾਲੇ ਸ਼ੀਸ਼ਿਆਂ ਵਾਲੀ ਗੱਡੀ ਦੇ ਵਿੱਚ। ਉਹਨੂੰ ਕਿਤੇ ਕਹਿੰਦਾ ਵੀ ਮੈਨੂੰ ਕਤਲ ਕਰਨ ਆਏ ਆ। ਉਹਨੇ ਕਿਹਾ ਵੀ ਸਾਡੀ ਕੋਠੀ ਤੇ ਤਾਂ ਨਾ ਹੋਵੇ ਕਤਲ। ਉਹਨਾਂ ਨੇ ਭਾਇਆ ਗੱਡੀ ਕਾਲੇ ਸ਼ੀਸ਼ਿਆਂ ਵਾਲੀ ਦੇ ਵਿੱਚ ਤੇ ਉਹਨਾਂ ਨੇ ਉਹਨੂੰ ਭਜਾਇਆ। ਜਦੋਂ ਮਗਰੋਂ ਡੋਲਫਨ ਵਾਲਿਆਂ ਨੇ ਕਿਹਾ, ਉਹਨਾਂ ਨੇ ਕਿਹਾ 302 ਦਾ ਕੇਸ ਆ ਤੇ ਇਹ ਮਾਡਲ ਦਾ, ਤੇ ਅਸੀਂ ਤੁਹਾਡੇ ਬੱਚਾ ਲੈ ਜਾਣਾ ਚੱਕ ਕੇ, ਡਾਲਾ ਮੰਗਵਾਇਆ ਤੇ ਅਸੀਂ ਲੈ ਜਾਣਾ ਬੱਚਾ ਚੱਕ ਕੇ, ਤੁਹਾਨੂੰ ਮਾਫ ਨਹੀਂ ਜੇ ਕਰਨਾ, ਸਾਨੂੰ ਜਾਂ ਬੰਦਾ ਦੇ ਦੇਵੋ। ਉਹ ਫਿਰ ਸਾਹਿਬ ਨੇ ਕਾਲ ਕੀਤੀ। ਉਹਨਾਂ ਨੇ ਕਿਹਾ ਜੀ ਤੁਸੀਂ ਵਾਪਸੀ ਇਹਨੂੰ ਲੈ ਕੇ ਆਓ, ਇਹਨੇ ਦੇ ਔਰਤ ਮਾਰੀ ਹੈ, ਕੁੜੀ ਮਾਰੀ ਨਹੁੰ ਆਪਣੀ। ਤੇ ਉਹ ਲੈ ਕੇ ਆਏ ਜੀ, ਉਹਨੂੰ ਗ੍ਰਿਫਤਾਰ ਕੀਤਾ। ਇੱਥੇ ਆਇਆ ਜੀ, ਇੱਥੇ ਜਿਹੜੇ ਹਸਨ ਸਾਹਿਬ, ਉਹਨਾਂ ਨੇ ਜੀ ਸਾਡੇ ਨਾਲ ਬਹੁਤ ਅੱਛਾ ਸਲੂਕ ਕੀਤਾ। ਉਹ ਬਹੁਤ ਹੀ ਅੱਛੇ ਇਨਸਾਨ ਨੇ। ਉਹਨਾਂ ਨੇ ਉਸੇ ਵੇਲੇ ਸਾਰੇ ਕੰਮ ਛੱਡ ਦਿੱਤੇ। ਉਹਨਾਂ ਨੇ ਮੌਲਵੀ ਨੂੰ ਪੁੱਛਿਆ, ਮੌਲਵੀ ਉਹਦਾ ਨਹੀਂ ਮੰਨਿਆ। ਫਿਰ ਉਹਨਾਂ ਨੇ ਇਹਨੂੰ ਠੁੱਡੇ ਮਾਰ ਕੇ ਵੀ ਮਨਾਇਆ। ਫਿਰ ਉਹਨਾਂ ਨੇ ਕਿਹਾ ਵੀ ਆਪਣੇ ਬੱਚੇ ਨੂੰ ਬੁਲਾ। ਉਹਨਾਂ ਨੇ ਆਪਣੇ ਬੱਚੇ ਨੂੰ ਬੁਲਾਇਆ, ਇਹਨੂੰ ਸ਼ਹਿਜ਼ਾਦ ਨੂੰ। ਉਹ ਅੱਡੇ 'ਤੇ ਆਇਆ, ਉਹਨਾਂ ਨੇ ਕਿਹਾ ਵੀ ਅੱਡੇ 'ਤੇ ਆ ਗਿਆ। ਨਹੀਂ, ਉਹ ਗੱਡੀ ਦੇ ਵਿੱਚ ਬੈਠਾ ਸੀਗਾ। ਜਦੋਂ ਉਹ ਭੱਜ ਕੇ ਪੁਲਿਸ ਵਾਲੇ ਬਾਹਰ ਨਿਕਲੇ ਤੇ ਮੇਰਾ ਬੇਟਾ ਵੀ ਭੱਜ ਕੇ ਨਿਕਲਿਆ ਤੇ ਮੈਂ ਵੀ ਨਿਕਲਿਆ ਮਗਰ। ਤੇ ਉਹ ਸ਼ਨਾਖਤ ਅਸੀਂ ਕਰਾਉਣੀ ਸੀਗਾ ਨਾ ਜੀ। ਤੇ ਉਹ ਗੱਡੀ ਦੇ ਵਿੱਚ ਸੀਗਾ, ਉਹ ਗੱਡੀ ਲੈ ਕੇ ਨਿਕਲ ਗਿਆ। ਅਸੀਂ ਅੱਧਾ ਪੌਣਾ ਘੰਟਾ ਸੁੰਦਰ ਫਿਰਦੇ ਰਹੇ ਅੱਡੇ 'ਤੇ। ਉਸ ਤੋਂ ਬਾਅਦ ਜਦੋਂ ਅਸੀਂ ਫਿਰ ਵਾਪਸੀ ਥਾਣੇ ਆਏ ਤੇ ਐਸਐਨ ਸਾਹਿਬ ਨੇ ਕਿਹਾ ਜੀ ਉਹਦੇ ਹਣਾ ਨੰਬਰ ਦਿਓ। ਮੈਂ ਨੰਬਰ ਦਿੱਤਾ, ਉਹਨਾਂ ਨੇ ਲੋਕੇਸ਼ਨ ਲਾਈ ਆ। ਉਹਨਾਂ ਨੇ ਕਿਹਾ ਵੀ ਉਹ ਤੇ ਹਣਾ ਭਾਈ ਫਿਰ ਨੰਗਿਆ ਪੱਤੋ ਦੇ ਕੋਲ ਜਾਣ ਡਿਆ ਤੇ ਗੱਡੀ ਦਾ ਉਹਨਾਂ ਨੇ ਕਿਹਾ ਇਹਦੇ ਮਗਰ ਜਾਣਾ ਤਾਂ ਹੁਣੇ ਫੜਨਾ। ਉਹਨੇ ਕਿਹਾ ਸਾਡੇ ਨਾਲ ਚਲੋ। ਮੇਰਾ ਬੇਟਾ, ਮੈਂ ਕਿਹਾ ਲੈ ਜਾਓ ਜੀ ਇਹਨੂੰ, ਬੇਟੇ ਨੂੰ। ਬੇਟਾ ਮੇਰਾ ਹਣਾ ਉਹਨਾਂ ਦੇ ਨਾਲ ਬਹਿ ਗਿਆ। ਉਹਨੂੰ ਕਾਹੜਿਓਂ ਜਾ ਕੇ ਗ੍ਰਿਫਤਾਰ ਕੀਤਾ ਜੀ। ਜਿਹੜਾ ਵਹੀਦ ਸੀਗਾ
ਵਹੀਦ ਨੂੰ ਰਾਏਵਿੰਡ ਵਾਲੇ ਜੂਨਸ ਸਾਹਿਬ ਜਿਹੜੇ ਨੇ ਉਹ ਵੀ ਬੜੇ ਅੱਛੇ ਬੰਦੇ ਨੇ, ASI ਸਾਹਿਬ, ਉਹ ਆਏ ਨੇ ਗੱਡੀ ਲੈ ਕੇ, ਉਹਨਾਂ ਨਾਲ ਗਏ ਆ ਤੇ ਉਹਨਾਂ ਨੂੰ ਮੈਂ ਵਹੀਦ ਨੂੰ ਉਹਨਾਂ ਦੇ ਘਰੋਂ ਫੜਵਾਇਆ ਜੀ। ये पूरी आपने स्टोरी तो जान ली है। आखिर में इन्होंने कहा कि कुछ पुलिस एहलकारों ने हमारा साथ दिया, बहुत अच्छे हैं, लेकिन मैं अच्छा नहीं कहूँगा, क्योंकि जब बच्ची अगवा हुई, बच्ची के साथ रेप हुआ, तब आप सोए हुए थे। जब बच्ची कत्ल हो गई, इस दुनिया से चली गई, तो आप अच्छे बनने के लिए और अपने जो बड़े अफसरान हैं उनको जवाबदेह होने के लिए आपने भाग दौड़ कर ली। बच्ची तो चली गई ना, बच्ची तो वापस आप नहीं बच्ची को वापस ला सकते। बच्ची ने जब बच्ची अगवा हुई तो आप सोए हुए थे सर। जब बच्ची को मारा जा रहा था आप सुकून की नींद सो रहे थे घरों में, माँ रो रही थी, तड़प रही थी, आप सो रहे थे, आप अपने बच्चों के साथ मसरूफ थे, आप अपने एसी वाले कमरों में मसरूफ थे, आप बड़ी बड़ी चेयर्स पे बैठ के गप्पे लगा रहे थे। ये जो पिक्चर्स हैं ये बदकिस्मती से आपके साथ शेयर नहीं कर पाऊंगा, अनफॉर्चुनेटली कुछ कायदे ज़वाबित होते हैं यूट्यूब के, डेट्स वाई मैं ये पिक्चर्स आपके साथ शेयर नहीं कर सकता। लेकिन इन पिक्चर्स को अगर आप देख लेना तो आप भी तड़प उठें। मैं कानून नाफिज करने वाले अदारों से अपील करता हूँ, रिक्वेस्ट करता हूँ, मिनती करता हूँ, हाथ जोड़ता हूँ, और भाई तब जागा करो जब कोई क्राइम होने की कोशिश कर रहा होता है, करने की कोशिश कर रहा होता है। तुम तब जागते हो जब क्राइम हो चुका होता है। रहम करें इस कौम पे, खुदारा रहम करें। इन माँ बाप को अगर आप इन लोग इंसाफ नहीं दे सकते ना, तो आपको खुदा के सामने हाजिर होते हुए भी शर्मिंदगी होगी कि ऐ रब हमने किया क्या था दुनिया में। इसी के साथ इजाज़त चाहूँगा। अल्लाह ने के बाद।